श्री अकाल, स्वागत है तुहाडा सारिਆਂ ਦਾ NRI वर्ड ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਓਨਟਾਰੀਓ ਵਿੱਚ ਜਿੱਥੇ ਚੱਲ ਰਹੀਆਂ ਨੇ ਚੋਣ ਸਰਗਰਮੀਆਂ, ਉੱਥੇ ਹੀ ਚੱਲ ਰਹੇ ਨੇ ਫੈਡਰਲ ਇਲੈਕਸ਼ਨ ਲਈ ਨੋਮੀਨੇਸ਼ਨ ਪ੍ਰੋਸੈਸ। ਇਹਨਾਂ ਹੀ ਕੁਝ ਸਰਗਰਮੀਆਂ ਤੇ ਰਹੇਗੀ ਨਜ਼ਰ ਅੱਜ NRI वर्ड ਵਿੱਚ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਓਨਟਾਰੀਓ ਦੀ ਖਬਰ ਦੇ ਨਾਲ। ਓਨਟਾਰੀਓ ਦੇ ਸਿੱਖ ਚਾਹੁੰਦੇ ਨੇ ਕਿ ਉਹਨਾਂ ਨੂੰ ਓਨਟਾਰੀਓ ਵਿੱਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਏ ਤੇ ਬਾਕੀ ਸੂਬਿਆਂ ਵਾਂਗ ਉਹ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਣ, ਜਿਸ ਦੇ ਲਈ ਉਹ 10 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਨੇ। ਇਹ ਸੰਘਰਸ਼ ਕੀਤਾ ਜਾ ਰਿਹਾ ਹੈ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ, ਪਰ ਹੁਣ ਇਸ ਕਲੱਬ ਨੂੰ ਥੋੜੀ ਆਸ ਬਾਜੀ ਹੈ ਕਿ ਬਹੁਤ ਜਲਦ ਉਹਨਾਂ ਨੂੰ ਇਸ ਦੀ ਇਜਾਜ਼ਤ ਮਿਲ ਜਾਏਗੀ ਤੇ ਓਨਟਾਰੀਓ ਸਰਕਾਰ ਵੱਲੋਂ ਇਹ ਲਾਅ ਇੰਪਲੀਮੈਂਟ ਕਰ ਦਿੱਤਾ ਜਾਏਗਾ। ਓਨਟਾਰੀਓ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਆਉਂਦੀਆਂ ਸਰਦੀਆਂ ਤੋਂ ਪਹਿਲਾਂ ਓਨਟਾਰੀਓ ਵਿੱਚ ਸਿੱਖਾਂ ਨੂੰ ਹੈਲਮਟ ਤੋਂ ਐਗਜ਼ੈਂਪਸ਼ਨ ਦੇ ਦਿੱਤੀ ਜਾਏਗੀ, ਯਾਨੀ ਬਹੁਤ ਜਲਦ ਓਨਟਾਰੀਓ ਉਹ ਸੂਬਾ ਬਣ ਜਾਏਗਾ ਜਿੱਥੇ ਸਿੱਖ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਣਗੇ, ਜਿਸ ਦੇ ਲਈ ਇਹਨਾਂ ਨੇ 10 ਸਾਲ ਦਾ ਸੰਘਰਸ਼ ਕੀਤਾ ਹੈ। ਓਨਟਾਰੀਓ ਵਿੱਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਦਾ ਵਿਸ਼ਾ ਲੰਬੇ ਸਮੇਂ ਤੋਂ ਵਿਵਾਦ ਦਾ ਮੁੱਦਾ ਬਣਿਆ ਰਿਹਾ ਹੈ। ਕੁਝ ਮਾਹਰ ਤਰਕ ਦਿੰਦੇ ਆ ਰਹੇ ਨੇ ਕਿ ਹੈਲਮਟ ਤੋਂ ਛੋਟ ਦੇਣ ਨਾਲ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ, ਪਰ ਸੂਬੇ ਦੇ ਪ੍ਰੀਮੀਅਰ ਡਗ ਫੋਰਡ ਨੇ ਐਲਾਨ ਕੀਤਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਵੇਖਦੇ ਹੋਏ ਸੂਬੇ ਦੇ ਆਵਾਜਾਈ ਨਿਯਮਾਂ ਵਿੱਚ ਤਬਦੀਲੀ ਕਰਕੇ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ ਦਿੱਤੀ ਜਾਏਗੀ। ਇੰਦਰਜੀਤ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਹੁਣ ਖਬਰਾਂ ਆ ਰਹੀਆਂ ਨੇ ਕਿ ਓਨਟਾਰੀਓ ਮਿਨਿਸਟਰੀ ਵੱਲੋਂ ਇੱਕ ਅਪਰੂਵਲ ਮਿਲ ਗਿਆ ਕਿ ਬਹੁਤ ਜਲਦ ਇਹ ਲਾਅ ਇੰਪਲੀਮੈਂਟ ਹੋ ਸਕਦਾ ਹੈ, ਜਿਸ ਦੇ ਲਈ ਤੁਸੀਂ 10 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਜੀ, ਸਾਡੇ ਲਈ ਇਹ ਬੜੀ ਵੱਡੀ ਖੁਸ਼ੀ ਵਾਲੀ ਗੱਲ ਆ। ਕੌਮ ਨੇ ਸਾਡਾ ਇਸ ਕੰਮ ਦੇ ਵਿੱਚ ਸਾਥ ਦਿੱਤਾ ਜੀ। ਇਹ ਚਾਹੇ ਜੀ ਇਹ ਸੰਘਰਸ਼ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਲੜਿਆ ਗਿਆ, ਪਰ ਇਹਦੇ ਵਿੱਚ ਸਮੁੱਚਾ ਭਾਈਚਾਰਾ ਸਾਡੇ ਨਾਲ ਖੜਾ ਸੀ। ਸਾਡੀ ਮੋਟੀਵੇਸ਼ਨ ਉਹਨਾਂ ਨੇ ਕਾਇਮ ਰੱਖੀ ਜੀ, ਔਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈਗੀ ਆ ਕਿ ਇਸ ਸੰਘਰਸ਼ ਦੇ ਲੀਡ ਰੋਲ ਦੇ ਵਿੱਚ ਅਸੀਂ ਸੀਗੇ ਅਤੇ ਹੁਣ ਜੀ ਇਹ ਸਫਲਤਾ ਜਿਹੜੀ ਮਿਲਣ ਜਾ ਰਹੀ ਆ ਅਤੇ ਸਿੱਖ ਜਿਹੜੇ ਓਨਟਾਰੀਓ ਦੀਆਂ ਸੜਕਾਂ ਦੇ ਉੱਤੇ ਆਪਣੀ ਦਸਤਾਰ ਪਹਿਨ ਕੇ ਮੋਟਰਸਾਈਕਲ ਚਲਾ ਸਕਣਗੇ। ਇਹ ਆਪਣੇ ਆਪ ਦੇ ਵਿੱਚ ਕੌਮ ਲਈ ਇੱਕ ਬੜੀ ਵੱਡੀ ਪ੍ਰਾਪਤੀ ਆ ਅਤੇ ਸਾਨੂੰ ਇਸ ਗੱਲ ਦੇ ਵਿੱਚ ਇਹ ਵੀ ਖੁਸ਼ੀ ਹੈਗੀ ਆ ਕਿ ਸਿੱਖ ਮੋਟਰਸਾਈਕਲ ਕਲੱਬ ਨੇ ਇਹਦੇ ਵਿੱਚ ਲੀਡ ਰੋਲ ਦੇ ਵਿੱਚ ਰੋਲ ਪਲੇ ਕੀਤਾ ਜੀ। ਜੀ, ਇੰਸ਼ੋਰੈਂਸ ਕੰਪਨੀ ਬਾਰੇ ਜਾਣਨਾ ਚਾਹਾਂਗੇ, ਕਿਉਂਕਿ ਇੱਕ ਜਦੋਂ ਡਰਾਈਵਿੰਗ ਦੀ ਗੱਲ ਆਉਂਦੀ ਹੈ ਤਾਂ ਇੱਕ ਇੰਸ਼ੋਰੈਂਸ ਕੰਪਨੀ ਦਾ ਵੱਡਾ ਕੰਸਰਨ ਰਹਿੰਦਾ ਹੈ, ਉਹਨਾਂ ਵੱਲੋਂ ਹੁਣ ਕੀ ਕਿਹਾ ਜਾ ਰਿਹਾ? ਓਨਟਾਰੀਓ ਦੇ ਵਿੱਚ ਵੀ ਜੀ ਜਿੰਨੀਆਂ ਇੰਸ਼ੋਰੈਂਸ ਕੰਪਨੀਆਂ ਮੋਟਰਸਾਈਕਲ ਇੰਸ਼ੋਰੈਂਸ ਕਰਦੀਆਂ ਨੇ, ਉਹਨਾਂ ਦੇ ਨਾਲ ਓਨਟਾਰੀਓ ਗੌਰਮੈਂਟ ਦੇ ਨੁਮਾਇੰਦੇ ਆਲਰੇਡੀ ਰਾਬਤੇ ਦੇ ਵਿੱਚ ਹੈਗੇ ਆ। ਕੰਸਲਟਿੰਗ ਵਗੈਰਾ ਹੋ ਚੁੱਕੀ ਆ ਜੀ। ਇੰਸ਼ੋਰੈਂਸ ਕੰਪਨੀਆਂ ਇਹ ਗ੍ਰੀਨ ਫਲੈਗ ਦੇ ਚੁੱਕੀਆਂ ਨੇ ਕਿ ਜੇ ਓਨਟਾਰੀਓ ਦੇ ਵਿੱਚ ਦਸਤਾਰ ਨੂੰ ਪੂਰਨ ਮਾਨਤਾ ਮਿਲਦੀ ਆ, ਕਿਸੇ ਤਰ੍ਹਾਂ ਦਾ ਵੀ ਐਕਸਟਰਾ ਪ੍ਰੀਮੀਅਰ ਜਿਹੜਾ ਉਹ ਨਹੀਂ ਲੱਗੂਗਾ ਜੀ। ਖੁਸ਼ਵੰਤ ਸਿੰਘ ਜੀ, ਜਦੋਂ ਤੋਂ ਅਸੀਂ ਤੁਹਾਡਾ ਇਹ ਸੰਘਰਸ਼ ਦੇਖਦੇ ਆ ਰਹੇ ਹਾਂ, ਇਸ ਦੇ ਨਾਲ ਹੀ ਮਾਹਰਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਸੇਫਟੀ ਮੇਨ ਕੰਸਰਨ ਹੈਗਾ। ਹੁਣ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਕਨਵਿੰਸ ਕਰ ਪਾਏ ਹੋ ਕਿ ਜੇ ਤੁਸੀਂ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਂਦੇ ਹੋ ਤਾਂ ਇਹ ਸੇਫ ਹੈਗਾ? ਜੀ ਬਿਲਕੁਲ। ਦੇਖੋ, ਸੇਫਟੀ ਦੀ ਮੈਂ ਤਾਂ ਇਹ ਗੱਲ ਕਹਿਣਾ ਕਿ ਕਾਰ ਤੋਂ ਵੱਡਾ ਕੋਈ ਹੈਲਮਟ ਨਹੀਂ ਗਾ। ਕਾਰ ਦੇ ਵਿੱਚ ਸੀਟ ਬੈਲਟਾਂ, ਏਅਰ ਬੈਗ, ਕਈ ਕੁਛ ਲੱਗਾ, ਪਰ ਮੌਤਾਂ ਉਹਦੇ ਵਿੱਚ ਵੀ ਹੁੰਦੀਆਂ ਨੇ। ਸੋ ਨੋ ਵਹੀਕਲ ਇਜ਼ ਡੇਂਜਰਸ, ਡਰਾਈਵਰਸ ਇਜ਼ ਡੇਂਜਰਸ। ਲੋਕੀ ਤਾਂ ਵਿੰਡਸ਼ੀਲਡਾਂ ਪਾੜ ਕੇ ਲੰਘ ਜਾਂਦੇ ਨੇ। ਜਿਹੜੀ ਦਸਤਾਰ ਦੀ ਸੇਫਟੀ ਦੀ ਗੱਲ ਹੈ ਜੀ, ਇਟਸ ਨਾਟ ਅ ਸੇਫਟੀ ਇਸ਼ੂ, ਇਟ ਵਾਸ ਅ ਪੋਲੀਟੀਕਲ ਇਸ਼ੂ। ਸੋ ਅਸੀਂ ਕਰਦੇ ਹਾਂ ਵੀ ਨਾਓ ਦਿਸ ਇਸ਼ੂ ਇਜ਼ ਦ ਰਾਈਟ ਪੁਆਇੰਟ, ਹੋਣੇ ਸਹੀ ਜਗ੍ਹਾ 'ਤੇ ਹੈ। ਸੈਕਿੰਡ ਗੱਲ ਇਹ ਹੈ ਕਿ ਜਿਹੜੀ ਸਟੱਡੀ ਸਟੈਟਸ ਇਹ ਸ਼ੋਅ ਕਰਦੇ ਨੇ ਕਿ 13.5 ਦੀ ਸਪੀਡ ਤੋਂ ਬਾਅਦ ਜਿਹੜਾ ਹੈਲਮਟ ਹੈ ਉਹ ਆਪਣੇ ਵੇਟ ਦੇ ਨਾਲ ਹੀ ਹੈਡ ਨੂੰ ਤਾਂ ਠੀਕ ਹੈ ਕਵਰ ਕਰ ਲੈਂਦਾ, ਪਰ ਜਿਹੜਾ ਨੈਕ ਹੈ ਉਹਨੂੰ ਬ੍ਰੇਕ ਕਰ ਦਿੰਦਾ। ਸੋ ਇਸ ਸਟੱਡੀ ਤੋਂ ਬਾਅਦ ਟਾਪ ਨਿਊਰੋਜ਼ ਨੇ ਗੱਲ ਕੀਤੀ ਕਿ ਟਰਬਨ ਇਜ਼ ਮੋਰ ਸੇਫ ਦੈਨ ਅ ਹੈਲਮਟ। ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਬੀਤੇ 10 ਸਾਲਾਂ ਤੋਂ ਇਸ ਲਈ ਸੰਘਰਸ਼ ਕਰਦਾ ਆ ਰਿਹਾ ਹੈ ਤੇ ਹੁਣ ਟਰਾਂਸਪੋਰਟ ਮੰਤਰਾਲੇ ਵੱਲੋਂ ਹਰੀ ਝੰਡੀ ਮਿਲਦੀ ਵੇਖ ਕਲੱਬ ਦੇ ਨੁਮਾਇੰਦੇ ਖੁਸ਼ ਨੇ ਤੇ ਇਸ ਨੂੰ ਸਿਰਫ ਕਲੱਬ ਦੀ ਹੀ ਨਹੀਂ ਬਲਕਿ ਦੁਨੀਆ ਵਿੱਚ ਵਸਦੇ ਸਿੱਖਾਂ ਦੀ ਉਪਲਬਧੀ ਦੱਸ ਰਹੇ ਨੇ। ਐਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਦੀ ਤਰ੍ਹਾਂ ਹੁਣ ਓਨਟਾਰੀਓ ਵੀ ਸਿੱਖਾਂ ਲਈ ਹੈਲਮਟ ਐਗਜ਼ੈਂਪਸ਼ਨ ਦੇ ਸੂਬੇ ਵਿੱਚ ਸ਼ਾਮਲ ਹੋ ਜਾਏਗਾ ਤੇ ਆਉਂਦੇ ਨਗਰ ਕੀਰਤਨ ਵਿੱਚ ਅਸੀਂ ਦੇਖਾਂਗੇ ਕਿ ਫਲੋਟ ਦੀ ਥਾਂ ਮੋਟਰਸਾਈਕਲ ਸੜਕਾਂ ਤੇ ਨਜ਼ਰ ਆਉਣਗੇ ਤੇ ਸਿੱਖ ਦਸਤਾਰਾਂ ਸਜਾ ਕੇ ਇਹ ਮੋਟਰਸਾਈਕਲ ਚਲਾਉਣਗੇ। ਬ੍ਰੈਂਪਟਨ ਵਿੱਚ ਜਿੱਥੇ ਇੱਕ ਪਾਸੇ ਸਰਗਰਮੀਆਂ ਚੱਲ ਰਹੀਆਂ ਨੇ ਮਿਊਨਿਸਪਲ ਇਲੈਕਸ਼ਨ ਦੀਆਂ, ਉੱਥੇ ਹੀ 2019 ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਨੋਮੀਨੇਸ਼ਨ ਪ੍ਰੋਸੈਸ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਲ ਹੀ ਵਿੱਚ ਬ੍ਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ ਨੇ ਆਪਣੀ ਨੋਮੀਨੇਸ਼ਨ ਪ੍ਰੈਜ਼ੈਂਟ ਕੀਤੀ। ਇਸ ਮੌਕੇ ਬਾਕੀ ਮੈਂਬਰ ਪਾਰਲੀਮੈਂਟ ਤੇ ਵੱਡੀ ਤਾਦਾਦ ਵਿੱਚ ਉਹਨਾਂ ਦੇ ਸਪੋਰਟਰਸ ਹਾਜ਼ਰ ਰਹੇ। 2019 ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਨੋਮੀਨੇਸ਼ਨ ਪ੍ਰੋਸੈਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਬਰੈਂਪਟਨ ਸੈਂਟਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਰਾਮੇਸ਼ਵਰ ਸੰਘਾ ਵੱਲੋਂ 2019 ਦੀਆਂ ਚੋਣਾਂ ਲਈ ਨੋਮੀਨੇਸ਼ਨ ਭਰੀ ਗਈ ਤੇ ਇਸ ਦੇ ਲਈ ਵੱਡੇ ਪੱਧਰ ਤੇ ਸਮਾਗਮ ਉਲੀਕਿਆ ਗਿਆ। ਇਹ ਇੱਕ ਬਹੁਤ ਵੱਡੀ ਮੇਰੇ ਵਾਸਤੇ ਉਪਲਬਧੀ ਆ। ਮੈਂ ਸੋਚਦਾ ਕਿ ਮੈਨੂੰ ਰਾਈਟ ਆਨਰੇਬਲ ਜਸਟਿਨ ਟਰੂਡੋ ਉਹਨਾਂ ਨੇ ਮਾਣ ਦਿੱਤਾ ਕਿ ਮੈਨੂੰ ਫਿਰ ਚੁਣਿਆ ਮੁੜ ਕੇ ਕਿ ਤੂੰ ਵੀ ਇਲੈਕਸ਼ਨ ਲੜ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਆ ਕਿ ਤੁਸੀਂ ਮੈਨੂੰ ਪਹਿਲਾਂ ਵੀ ਇਲੈਕਸ਼ਨ ਜਿਤਾ ਕੇ ਭੇਜਿਆ ਔਰ ਤੁਹਾਡੇ ਮੈਂ ਦਿੱਤੀਆਂ ਗਾਈਡੈਂਸਾਂ ਤੁਸੀਂ ਜਦੋਂ ਰਾਹੇ ਗਾਹੇ ਬਗਾਹੇ ਮਿਲਦੇ ਰਹੇ ਆਫਿਸ ਆ ਕੇ ਤੁਹਾਡੀਆਂ ਗੱਲਾਂ ਦੇ ਵਿੱਚੋਂ ਜੋ ਮੈਨੂੰ ਪੁਆਇੰਟਸ ਮਿਲਦੇ ਰਹੇ ਉਹਨਾਂ ਨੂੰ ਲੈ ਕੇ ਮੈਂ ਕੋਸ਼ਿਸ਼ ਕੀਤੀ ਹਰ ਵੇਲੇ ਪਾਰਲੀਮੈਂਟ ਦੇ ਵਿੱਚ ਉਹਦੀ ਆਵਾਜ਼ ਚੱਕਾਂ। ਬਿੱਲ C344 ਕਿਸੇ ਵੇਲੇ ਵੀ ਇੰਟਰਨੈਟ ਤੇ ਜਾ ਕੇ ਦੇਖਿਓ, ਇੱਕ ਐਡਾ ਵਧੀਆ ਨਾਈਸ ਬਿੱਲ ਆ ਜਿਹਨੂੰ ਕਹਿੰਦੇ ਕਮਿਊਨਿਟੀ ਬੈਨੀਫਿਟ ਐਗਰੀਮੈਂਟਸ। ਉਹ ਮੇਰਾ ਆਪਣਾ ਬਿੱਲ ਹੈ। ਗਾਂ ਤੋਂ ਮੈਂ ਚਾਹੁੰਦਾ ਹਰ ਕੋਈ ਇਕੱਠੇ ਹੋ ਕੇ ਹੰਬਲਾ ਮਾਰ ਕੇ 2019 'ਚ ਫਿਰ ਲਿਆਓ ਸਾਨੂੰ ਜਿਹੜੇ ਕੀਤੇ ਹੋਏ ਕੰਮ ਹੈ ਇਹਨਾਂ ਨੂੰ ਤਾਂ ਜੋ ਆਪਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਨੇਪਰੇ ਚਾੜ ਸਕੀਏ। ਰਾਮੇਸ਼ਵਰ ਸੰਘਾ ਦੇ ਨੋਮੀਨੇਸ਼ਨ ਇਵੈਂਟ ਵਿੱਚ ਟੀਮ ਟਰੂਡੋ ਦੇ ਹੋਰ ਨੁਮਾਇੰਦੇ ਤੇ ਬਰੈਂਪਟਨ ਦੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਰੂਬੀ ਸਹੋਤਾ ਵੀ ਖਾਸ ਤੌਰ ਤੇ ਪਹੁੰਚੇ। So happy to be here today to support Mr. Sangha। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ 5 ਜਿਹੜੇ ਲਿਬਰਲ MP ਹੈਗੇ ਆ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹਾਂ। ਅੱਜ ਮਿਸਟਰ ਸੰਘਾ ਦੀ ਨੋਮੀਨੇਸ਼ਨ ਤੇ ਅਸੀਂ ਸਾਰੇ ਪਹੁੰਚੇ ਹੋਏ ਹਾਂ। ਇਟਸ ਅ ਗ੍ਰੇਟ ਡੇ ਫॉर ਆਲ ਆਫ ਅਸ। ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਸਾਡੇ ਪ੍ਰਾਈਮ ਮਿਨਿਸਟਰ ਵੀ ਪਿਛਲੇ ਦਿਨਾਂ ਵਿੱਚ ਜਿਹੜਾ ਅਸੀਂ ਸਾਂਝਾ ਬਾਰਬੀਕਿਊ ਕੀਤਾ ਸੀਗਾ ਉੱਥੇ ਆਏ ਸੀਗੇ। ਲਿਬਰਲ ਦੀਆਂ ਪਾਲਿਸੀਜ਼ ਜਿਹੜੀਆਂ ਵਾ ਵੀ ਗॉट ਆਸਮ ਰਿਸਪੌਂਸ ਜਿਵੇਂ ਕਿ ਜਿਨ੍ਹਾਂ 'ਚ ਜਿਹੜੀ ਚਾਈਲਡ ਟੈਕਸ ਬੈਨੀਫਿਟ ਸਮਾਲ ਬਿਜ਼ਨਸਿਸ ਨੂੰ ਜੋ ਵੀ ਸੀਨੀਅਰਸ ਵਾਸਤੇ ਕਿਸੇ ਵੀ ਤੁਸੀਂ ਲੈ ਲਓ ਚਾਹੇ ਉਹ ਬਿਜ਼ਨਸ ਵਾਸਤੇ ਚਾਹੇ ਉਹ ਬੱਚਿਆਂ ਵਾਸਤੇ ਜਾਂ ਫੈਮਲੀਜ਼ ਵਾਸਤੇ। ਸੋ ਲਿਬਰਲ ਦੀਆਂ ਜਿਹੜੀਆਂ ਪਾਲਿਸੀਜ਼ ਆ ਜਿਹੜੀਆਂ ਬਹੁਤ ਅੱਛੀਆਂ ਦਿਸ ਲੋਟ ਹੋਰ ਵੀ ਜਿਹੜਾ ਬਹੁਤ ਕੁਝ ਕਰਨ ਨੂੰ ਹੈਗਾ। ਬਾਕੀ ਅਸੀਂ ਸਾਰੇ ਹੀ ਆਸ ਕਰਦੀਆਂ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਸੀਂ ਇਸੇ ਹੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਕੰਮ ਕਰਾਂਗੇ ਤੇ ਤੁਹਾਡੀ ਸਪੋਰਟ ਦੇ ਨਾਲ ਇਸੇ ਹੀ ਤਰ੍ਹਾਂ ਨਾਲ ਜਿਹੜਾ ਰਿਸਪੌਂਸ ਸਾਨੂੰ ਮਿਲਦਾ ਰਹੂਗਾ। ਫੈਡਰਲ ਚੋਣਾਂ ਵਿੱਚ ਬੇਸ਼ੱਕ 1 ਸਾਲ ਦਾ ਸਮਾਂ ਬਾਕੀ ਹੈ ਪਰ ਨੋਮੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਟੀਮ ਟਰੂਡੋ ਵੱਲੋਂ ਹੁਣ ਤੱਕ ਦੀਆਂ ਉਪਲਬਧੀਆਂ ਲੋਕਾਂ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਤਾਂ ਜੋ ਉਹਨਾਂ ਦੇ ਆਧਾਰ ਤੇ ਵੋਟਾਂ ਮੰਗੀਆਂ ਜਾ ਸਕਣ। ਸੀਰਤ यानी अंदरूनी सुंदरता। हाल ही विच ब्रैम्पटन विखे सीरत दे नां हेठ एक इवेंट कराया गया जिस दा मकसद सी फैशन शो दे नाल कुड़ियां दे अंदर छुपे टैलेंट नूं भी उभारिया जाए। यह इवेंट मैच फॉर मैरो नां दे सोशल कॉज नाल भी एसोसीएट रहा। सीरत डिफाइंस इनर ब्यूटी। इस मैगजीन का लॉन्च इवेंट बीते दिन ही ब्रैम्पटन विखे किया गया। सीरत यानी अंदरूनी सुंदरता ऐसे न मुख रखद्या मैगजीन लॉन्च मौके फैशन शोज भी आयोजित किए गए जिस विच डिजाइनर दिनेश रामसे दी कलैक्शन वेखण नूं मिली। सीरत इज़ अबाउट इनर ब्यूटी। सीरत अंदरूनी खूबसूरती बारे है जो अज दे शो विच दिखिया है। असी शो विच लाए हैं ਵੱਖ-ਵੱਖ तरह के अलग ब्राउन्स लाए सी फैशन और असी कल्चर कम्यूनिटी नू नाल मिलाया है। सीरत जिहड़ी जिहदा मकसद है वो असी सारिਆਂ ਨੂੰ दसीए भी सिर्फ सूरत दी नहीं सीरत दी भी इनर ब्यूटी वो भी बहुत ਜ਼ਰੂਰੀ है तो असी वो सैलीब्रेट करिए इकट्ठे। ऑडियंस ने सानू पूरी सपोर्ट दी। उन्होंने बहुत सानू कि उन्होंने अपने भरम ਹੁੰਗਾਰਾ ਦਿੱਤਾ ਸਾਡੇ ਸ਼ੋਅ ਨੂੰ ਚੰਗੀ ਤਰ੍ਹਾਂ ਤੇ ਅਸੀਂ ਉਮੀਦ ਕਰਦੇ ਹਾਂ ਜਿਹੜਾ ਅਗਲੇ ਸਾਲ ਲੈ ਕੇ ਆਵਾਂਗੇ ਉਹ ਇਸ ਤੋਂ ਵੀ ਬੈਟਰ ਕਰਾਂਗੇ। ਸੋ ਸ਼ੋਅ ਦੇ ਵਿੱਚ ਸਾਰਾ ਫੋਕਸ ਸਾਡਾ ਸੀਰਤ ਤੇ ਰਿਹਾ ਤੇ ਲੋਕਾਂ ਨੂੰ ਕਾਫੀ ਪਸੰਦ ਆਇਆ ਤੇ ਸਾਡਾ ਫਿਊਚਰ ਗੋਲ ਇਹੀ ਹੋਏਗਾ ਕਿ ਹਰ ਸਾਲ ਅਸੀਂ ਇੱਕ ਨਵੀਂ ਥੀਮ ਨੂੰ ਨਾਲ ਲੈ ਕੇ ਆਈਏ। सीरत मैगजीन एक फैशन ग्लैमर ब्यूटी दे नाल सोशल कॉज का सुनेहा भी देंदी है। ऐसे लई मैच फॉर मैरो द मैंटल हेल्थ स्पॉटलाइट ते लाडलियां सैलीब्रेटिंग डॉटर्स दे नुमाइंदे इस मौके सोशल मैसेज देंदे नजर आए। Allow us to come and participate in this event. So we're very excited that we were invited to be part of this. Asi Match for Marrow ਵੱਲੋਂ we are here increasing the bone marrow donor registry. So ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਬਲੱਡ ਕੈਂਸਰ ਦੇ ਮਰੀਜ਼ ਆ ਉਹਨਾਂ ਪੇਸ਼ੈਂਟਸ ਲਈ
ਉਹਨਾਂ ਦੀ ਮੈਚ ਨੂੰ ਲੋੜ ਆ ਤੇ ਉਹ ਮੈਚ ਮਿਲ ਸਕਦੇ ਨੇ। ਕਿਊਰ ਹੈਗਾ ਆ, ਸਿਰਫ ਇਹ ਆ ਕਿ ਆਪਣੇ ਜਿਹੜੇ 17 ਤੋਂ ਲੈ ਕੇ 35 ਤੱਕ ਜਿਹੜੇ ਹੈਗੇ ਨੇ ਉਹਨਾਂ ਨੇ ਸਿਰਫ ਇੱਕ ਥੁੱਕ ਦਾ ਟੈਸਟ ਦੇ ਕੇ ਉਹ ਆਪਦੇ ਆਪ ਨੂੰ ਰਜਿਸਟਰੀ ਵਿੱਚ ਕਰਕੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ। ਇਹ ਸੀਰਤ ਇਹੋ ਜਿਹੀ ਚੀਜ਼ ਹੈ ਜੋ ਜਿਹਨੇ ਕਾਫੀ ਬੰਦਿਆਂ ਨੂੰ ਲੈ ਕੇ ਆਉਣਾ ਅੱਗੋਂ ਇਸ ਪਲੇਟਫਾਰਮ 'ਤੇ, ਜੋ ਛੁਪੇ ਹੋਏ ਨੇ, ਜਿਨ੍ਹਾਂ ਨੂੰ ਮਨ ਨੂੰ ਆਨੰਦ ਦਿੰਦੇ ਨੇ, ਇਹੋ ਜਿਹੇ ਕੰਮ ਕਰਦੇ ਨੇ, ਪਰ ਇਹਨਾਂ ਨੂੰ ਲੈ ਕੇ ਆਉਣਾ ਇਹਨਾਂ ਨੇ। ਜੋ ਅਸੀਂ ਦੇਖਿਆ ਹੈ ਉਹਦੀ ਗੱਲ ਕਰ ਰਹੇ ਹਾਂ। ਮੈਚ ਫਾਰ ਮੈਰੋ ਜਿਸ ਤਰ੍ਹਾਂ ਕਿ ਹੈ, ਬੋਨ ਮੈਰੋ ਮੈਚ ਕਰਦੇ ਨੇ। ਔਰ ਦੈਨ ਦੇਰ ਇਜ਼ ਲਾਡਲੀਆਂ, ਜਿਹੜੇ ਧੀਆਂ, ਨਾਨੀਆਂ, ਦਾਦੀਆਂ, ਸਾਰਿਆਂ ਵਾਸਤੇ ਪਿਆਰ ਲੈ ਕੇ ਆਉਂਦੀਆਂ, ਉਹਨਾਂ ਨੂੰ ਚੁੱਕ ਕੇ ਇਹਨਾਂ ਨੇ ਸਟੇਜ 'ਤੇ ਰੱਖ ਦਿੱਤਾ। ਔਰ ਹਰ ਇੱਕ ਚੀਜ਼ 'ਚ ਵੇਖੋ, ਪਹਿਰਾਵਾ ਕੁਛ ਵੀ ਹੋਵੇ, ਦਿਖਾਵਾ ਕੁਛ ਵੀ ਹੋਵੇ, ਸੀਰਤ ਅੱਛੀ ਹੈ ਤੇ ਉਹ ਦਿਖਾਵਾ, ਉਹ ਪਹਿਰਾਵਾ, ਉਹ ਰੂਪ, ਉਹ ਸਰੂਪ ਫੈਸ਼ਨ ਬਣ ਜਾਂਦਾ ਹੈ। ਇਸ ਮੌਕੇ ਕਈ ਪਰਫਾਰਮੈਂਸ ਵੀ ਰੱਖੀਆਂ ਗਈਆਂ ਸਨ, ਜਿਨ੍ਹਾਂ ਵਿੱਚ ਫਲੂਟ ਆਰਟਿਸਟ ਸਾਹਿਲ ਦੀ ਪਰਫਾਰਮੈਂਸ ਨੇ ਸਭ ਨੂੰ ਮੋਹ ਲਿਆ। ਸੋ NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮਿਊਨਿਸਪਲ ਇਲੈਕਸ਼ਨ ਸੰਬੰਧੀ ਚੋਣ ਸਰਗਰਮੀਆਂ ਜਾਰੀ ਰਹਿਣਗੀਆਂ। ਤੁਸੀਂ ਬਣੇ ਰਹੋ ਸਾਡੇ ਨਾਲ। 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਨਿਸਪਲ ਚੋਣਾਂ ਲਈ 60 ਦੇ ਕਰੀਬ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਇੱਕ ਚਿਹਰਾ ਹੈ ਗੁਰਪ੍ਰੀਤ ਬੈਂਸ ਦਾ, ਜੋ ਵਾਰਡ ਨੰਬਰ 2 ਤੇ 6 ਤੋਂ ਰੀਜਨਲ ਕਾਉਂਸਲ ਲਈ ਚੋਣ ਲੜ ਰਹੇ ਨੇ। ਕਿੰਨਾ ਮੁੱਦਿਆਂ ਨੂੰ ਲੈ ਕੇ ਗੁਰਪ੍ਰੀਤ ਬੈਂਸ ਚੋਣ ਮੈਦਾਨ ਵਿੱਚ ਨੇ, ਆਓ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ PTC ਵਿੱਚ। ਗੁਰਪ੍ਰੀਤ ਜੀ, ਦਿਸ ਇਜ਼ ਦ ਫਰਸਟ ਟਾਈਮ ਯੂ ਆਰ ਰਨਿੰਗ ਇਲੈਕਸ਼ਨਸ। ਤੁਸੀਂ ਇਲੈਕਸ਼ਨ ਵਿੱਚ ਆਉਣ ਦਾ ਮਨ ਕਿਵੇਂ ਬਣਾਇਆ? ਮੈਂ ਕਦੀ ਸੋਚਿਆ ਨਹੀਂ ਕਿ ਮੈਂ ਕੋਈ ਇਲੈਕਸ਼ਨ 'ਚ ਕਦੀ ਪਾਰਟੇਕ ਕਰੂੰਗੀ, ਪਰ ਮੈਂ ਤਾਂ ਖੜੀ ਹਾਂ ਬਿਕਾਜ਼ ਬਰੈਂਪਟਨ ਦੇ ਵਿੱਚ ਚੇਂਜ ਚਾਹੀਦੀ ਆ। ਜਿਹੜੇ ਇੱਥੇ ਸਾਡੇ ਵਾਰਡ ਦੇ ਵਿੱਚ ਖੜੇ ਆ ਉਹ ਕੰਮ ਨਹੀਂ ਕਰਦੇ, 4 ਸਾਲ ਵਾਸਤੇ ਐਕਸੈਸਿਬਲ ਨਹੀਂ ਹੈਗੇ, ਫੋਨ ਨਹੀਂ ਚੱਕਦੇ, ਤੇ ਜਿਹੜੇ ਸਾਡੇ ਇੱਥੇ ਇਸ਼ੂਜ਼ ਆ ਉਹਨਾਂ ਨੂੰ ਕੰਬੈਟ ਨਹੀਂ ਕਰਦੇ। ਸੋ ਮੈਂ ਤਾਂ ਖੜੀ ਹਾਂ ਬਿਕਾਜ਼ ਇੱਥੇ ਕਾਫੀ ਇਸ ਸਾਲ ਰਾਈਜ਼ ਇਨ ਕ੍ਰਾਈਮ ਆ ਤੇ ਉਹਦੇ ਵਾਸਤੇ ਮੈਂ ਸੋਲੂਸ਼ਨ ਲੱਭਣੀ ਆ। ਰੀਜਨਲ ਕਾਉਂਸਲਰ ਦਾ ਕੰਮ ਹੈਗਾ ਆ ਕਿ ਪੀਐਲ ਰੀਜਨਲ ਪੁਲਿਸ ਦੇ ਨਾਲ ਕੰਮ ਕਰਕੇ ਕੋਈ ਸੋਲੂਸ਼ਨ ਲੱਭੋ, ਤੇ ਅੱਜ ਤੱਕ ਇਹ ਹੋਇਆ ਨਹੀਂ ਹੈਗਾ ਐਂਡ ਦਿਸ ਈਅਰ ਇਟਸ ਬੀਨ ਵੈਰੀ ਬੈਡ। ਸੋ ਮੈਂ ਤਾਂ ਖੜੀ ਹਾਂ ਬਿਕਾਜ਼ ਇਟਸ ਵੈਰੀ ਇੰਪੋਰਟੈਂਟ ਟੂ ਮੀ। ਇਟ ਅਫੈਕਟਡ ਮੀ। ਮੈਂ ਕਿਸੇ ਨੂੰ ਜਾਣਦੀ ਹਾਂ ਜਿਹੜੇ ਮੈਨੂੰ ਵੀ ਕਲੋਸ ਆ, ਮੇਰੀ ਫੈਮਿਲੀ ਨੂੰ ਵੀ ਕਲੋਸ ਆ, ਜਿਹਨਾਂ ਦੀ ਕਤਲ ਹੋਈ ਸੀਗੀ ਅਰਲੀਅਰ ਦਿਸ ਈਅਰ। ਸੋ finding a solution is important not for me but for every family here in Brampton because nobody should have to go through that. ਜੀ ਬਿਲਕੁਲ, ਕ੍ਰਾਈਮ ਇੱਕ ਮੁੱਦਾ ਹੈਗਾ ਬਿਕਾਜ਼ ਅਸੀਂ ਵੀ ਕੁਝ ਟਾਈਮ ਤੋਂ ਦੇਖ ਰਹੇ ਹਾਂ ਕਿ ਬਰੈਂਪਟਨ ਵਿੱਚ ਕ੍ਰਾਈਮ ਦਾ ਗ੍ਰਾਫ ਜਿਹੜਾ ਹੈਗਾ ਉਹ ਦਿਨ ਬ ਦਿਨ ਉੱਪਰ ਹੀ ਗਿਆ। ਤੇ ਇੱਕ ਹੋਰ ਚੀਜ਼ ਅਸੀਂ ਦੇਖੀ ਹੈ ਕਿ ਇਸ ਵਾਰ ਯੂਥ ਕ੍ਰਾਈਮ 'ਚ ਇਨਵੋਲਵ ਹੋ ਰਿਹਾ। ਤੁਹਾਡੇ ਕੋਲ ਕੀ ਸਟ੍ਰੈਟਜੀ ਹੈਗੀ ਹੈ, ਕੀ ਪਲੈਨਿੰਗ ਹੈਗੀ ਹੈ ਜਿਸ ਤਰ੍ਹਾਂ ਤੁਸੀਂ ਯੂਥ ਨੂੰ ਹੋਰ ਇੰਗੇਜ ਰੱਖ ਸਕਦੇ ਹੋ ਤਾਂ ਕਿ ਉਹ ਕ੍ਰਾਈਮ ਤੋਂ ਦੂਰ ਰਹਿ ਸਕਣ? ਐਬਸੋਲੂਟਲੀ। ਸੋ ਇਹਦੇ 'ਚ ਦੋ ਗੱਲਾਂ ਆ ਜਿਹੜੀ ਮੈਂ ਕਹਿਣਾ ਚਾਹੁੰਦੀ ਹਾਂ। ਜਿਹੜੀ ਪੀਐਲ ਪੁਲਿਸ ਆ ਪਰ ਕੈਪੀਟਾ ਸਾਡੇ ਕੋਲ ਹੈ ਨਹੀਂ ਕੀ, ਦੇਅਰ ਇਜ਼ ਨਾਟ ਇਨਫ ਸਟਾਫ। ਸੋ ਇਹਦੇ ਵਾਸਤੇ ਸਾਨੂੰ ਫੰਡਿੰਗ ਚਾਹੀਦੀ ਆ। ਜਿੱਦਾਂ ਟੋਰਾਂਟੋ ਦੇ ਵਿੱਚ ਸਾਡੇ ਪ੍ਰੀਮੀਅਰ ਨੇ ਟੋਰਾਂਟੋ ਨੂੰ $25 ਮਿਲੀਅਨ ਦਿੱਤੇ ਆ ਐਸੀ ਇਸ਼ੂ ਵਾਸਤੇ। ਪੀਐਲ ਨੂੰ ਕੁਛ ਨਹੀਂ ਮਿਲਿਆ ਅੱਜ ਤੱਕ। ਸੋ ਇਹਦੇ ਵਾਸਤੇ ਮੈਂ MPs ਦੇ ਨਾਲ ਗੱਲ ਕਰਕੇ ਵੀ ਨੀਡ ਟੂ ਗੈਟ ਫੰਡਿੰਗ, ਲੌਬੀ ਕਰਨਾ ਆ। ਦੂਜੀ ਗੱਲ ਇਹ ਜਿਹੜੀ ਯੂਥ ਵਾਇਲੈਂਸ ਦੀ ਆ, ਮੈਂ ਕਾਫੀ ਪ੍ਰੋਗਰਾਮਸ ਨੂੰ ਦੇਖਿਆ ਆ। 2014 ਦੇ ਵਿੱਚ ਇੱਥੇ ਬਰੈਂਪਟਨ ਦੇ ਵਿੱਚ ਫੰਡਿੰਗ ਘੱਟ ਹੋਈ ਸੀਗੀ ਯੂਥ ਪ੍ਰੋਗਰਾਮਸ ਵਾਸਤੇ। ਸਾਡੇ ਨਿਆਣਿਆਂ ਨੂੰ ਮੈਂਟਰਸ਼ਿਪ ਚਾਹੀਦੀ ਆ, ਮੈਂਟਲ ਹੈਲਥ ਦੀ ਅਵੇਅਰਨੈਸ ਚਾਹੀਦੀ ਆ, ਉਹਨਾਂ ਨੂੰ ਲਾਈਫ ਸਕਿੱਲਸ ਚਾਹੀਦੇ ਜਿਹੜੇ ਉਹ ਯੂਜ਼ ਕਰਕੇ ਐਕਸੈਲ ਕਰ ਸਕਦੇ ਆਪਣੇ ਲਾਈਫ ਦੇ ਵਿੱਚ। ਤੇ ਇਹ ਸਾਡੇ ਲਈ ਹੈ ਨਹੀਂ ਗਏ, ਇਹ ਰਿਸੋਰਸਿਸ ਲਈ ਫੰਡਿੰਗ ਨਹੀਂ ਮਿਲਦੀ। ਸੋ ਇਹ ਮਿਊਨਿਸਪਲ ਲੈਵਲ 'ਤੇ ਇੱਦਾਂ ਦੇ ਪ੍ਰੋਗਰਾਮਸ ਪੁਸ਼ ਹੁੰਦੇ ਆ। ਅਤੇ ਮੇਰੀ ਇੱਕ ਪਾਲਿਸੀ ਆ ਜਿਹੜੀ ਅਸੀਂ ਜਾਂ ਤਾਂ ਲਾਅ ਇਨਫੋਰਸਮੈਂਟ ਦੇ ਨਾਲ ਜਾਂ ਤਾਂ ਪੈਰਾਮੈਡਿਕਸ ਦੇ ਨਾਲ, ਬਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਨਾਲ ਇਕੱਠੇ ਹੋ ਕੇ ਕੋਲੈਬੋਰੇਟਿਵਲੀ ਇਹ ਪ੍ਰੋਗਰਾਮ ਬਣਾਏ ਜਿਹੜੇ ਨਿਆਣਿਆਂ ਨੂੰ ਮੈਂਟਰਸ਼ਿਪ ਵੀ ਦੇ ਸਕਦੇ ਆ, ਐਜੂਕੇਸ਼ਨ ਵੀ ਦੇ ਸਕਦੇ ਆ, ਨਾਨ ਵਾਇਲੈਂਟ ਸਟ੍ਰੈਟਜੀਜ਼ ਦੇ ਸਕਦੇ ਆ, ਮੈਂਟਲ ਹੈਲਥ ਨੂੰ ਵੀ ਐਡਰੈਸ ਕਰ ਸਕਦੇ ਆ ਤਾਂ ਕਿ ਸਾਡੇ ਨਿਆਣਿਆਂ ਨੂੰ ਰਿਸੋਰਸਿਸ ਮਿਲਦੇ ਆ ਜਿਹੜੇ ਉਹਨਾਂ ਨੂੰ ਹੈਲਪ ਵੀ ਕਰ ਸਕਦੇ, ਸਪੋਰਟ ਕਰਦੇ ਆ ਐਂਡ ਹੈਲਪ them excel in life, have a brighter and safer future. ਜੀ, ਜਿਵੇਂ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਹੈ, ਤੁਸੀਂ ਵੀ ਡੋਰ ਨੌਕਿੰਗ ਜਾਣਦੇ ਹੋਗੇ, ਤੁਹਾਡੇ ਵਲੰਟੀਅਰਸ ਵੀ ਜਾਣਦੇ ਹੋਣਗੇ। ਹਾਂਜੀ। ਇਸ਼ੂਜ਼ ਲੋਕ ਆਪਣੇ ਤੁਹਾਡੇ ਸਾਹਮਣੇ ਰੱਖਦੇ ਨੇ ਕਿ ਉਹਨਾਂ ਨੂੰ ਕੀ ਪ੍ਰੋਬਲਮਸ ਨੇ। ਜਿਵੇਂ ਬਰੈਂਪਟੋਨੀਅਨਸ ਦੀ ਜ਼ਿਆਦਾ ਪ੍ਰੋਬਲਮ ਅਸੀਂ ਦੇਖੀ ਹੈ ਕਿ ਉਹਨਾਂ ਦੇ ਜਿਹੜੇ ਜਦੋਂ ਬੱਚੇ ਵੱਡੇ ਹੁੰਦੇ ਆ, ਜੌਬਸ ਲਈ, ਪੜ੍ਹਨ ਲਈ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਹੈ। 100% ਜੌਬਸ ਕਿਵੇਂ ਕ੍ਰੀਏਟ ਕੀਤੀਆਂ ਜਾਣ ਬਿਕਾਜ਼
ਬ੍ਰੈਂਪਟਨ ਵਿੱਚ ਹੁਣ ਹਾਊਸਿੰਗ ਡਿਵੈਲਪਮੈਂਟ ਤਾਂ ਜ਼ਰੂਰ ਹੋ ਰਹੀ ਹੈ ਬਟ ਕਿਤੇ ਜੌਬਸ ਵਧਾਈਆਂ ਜਾ ਸਕਣ ਇਸ ਲਈ ਕੰਮ ਨਹੀਂ ਹੋ ਰਿਹਾ ਯਾ ਸੋ ਬ੍ਰੈਂਪਟਨ ਦੇ ਇਹ ਕਾਫੀ ਵੱਡੀ ਪ੍ਰੋਬਲਮ ਆ ਇਕਨੋਮਿਕ ਡਿਵੈਲਪਮੈਂਟ ਫੋਕਸ ਕਰਨ ਵਾਸਤੇ ਇਹ ਸਾਡੀ ਕਾਉਂਸਲ ਦੀ ਰਿਸਪੌਂਸਿਬਿਲਿਟੀ ਹੈ ਤੇ ਦੇ ਹੈਵ ਟੂ ਪੁਸ਼ ਐਂਡ ਇਨ ਆਰਡਰ ਫॉर ਅਸ ਟੂ ਡੂ ਦੈਟ ਸਾਨੂੰ ਕੋਲੈਬੋਰੇਟਿਵਲੀ ਇਨੋਵੇਸ਼ਨ ਹਬਸ ਦੇ ਨਾਲ ਮੈਡੀਕਲ ਸੈਂਟਰਸ ਦੇ ਨਾਲ ਤੇ ਜਿਹੜੀ ਸਾਡੀ ਸੈਕੰਡਰੀ ਇੰਸਟੀਟਿਊਸ਼ਨ ਆਉਣ ਵਾਲੀ ਹੈ ਤੇ ਜਿਹੜੇ ਇੱਥੇ ਆਲਰੇਡੀ ਐਗਜ਼ਿਸਟਿੰਗ ਆ ਉਹਨਾਂ ਦੇ ਨਾਲ ਕੰਮ ਕਰਕੇ we need to create jobs. So the few industries that I want to focus on is cybersecurity because Ryerson University is specialized karna hai. There's only one other location and I believe it is Nova Scotia that has cybersecurity offered here in Canada. So it's huge. And then the other industries are dealing with medical sciences. We need that. ਸਾਡੇ ਕੋਲ ਇੱਕ hospital ਹੈ ਜਿਹੜਾ fully functioning ਹੈ ਜਿਹੜਾ ਦੂਜਾ ਆ it's almost like a walk-in clinic. ਤੇ ਸਾਡੀ population it keeps growing. So it's not sufficient. So what we need is more services in all of those areas. Creating more job opportunities is going to happen when we support our constituents and give them the resources they need to start businesses, but also attract new businesses by improving things like transit. Public transit. When you have a new business that's looking at Brampton, they don't want the congestion. They don't want people suffering when they're trying to come in and out of work. So these are all things that have to happen municipally in order for us to get new jobs. ਗੁਰਪ੍ਰੀਤ ਜੀ ਜਿਵੇਂ ਤੁਸੀਂ ਟ੍ਰਾਂਜ਼ਿਟ ਦੀ ਗੱਲ ਕੀਤੀ ਜੌਬਸ ਦੀ ਗੱਲ ਕੀਤੀ ਜ਼ਾਹਿਰ ਤੌਰ ਤੇ ਬ੍ਰੈਂਪਟਨ ਨੂੰ ਡਿਵੈਲਪਮੈਂਟ ਦੀ ਲੋੜ ਹੈ ਪਰ ਜਦੋਂ ਅਸੀਂ ਬ੍ਰੈਂਪਟਨ ਸਿਟੀ ਹਾਲ ਦੀ ਵਰਕਿੰਗ ਦੇਖੀਏ ਤਾਂ ਕਿਤੇ ਨਾ ਕਿਤੇ ਕਾਉਂਸਲਰ ਰੀਜਨਲ ਕਾਉਂਸਲਰ ਜਾਂ ਮੇਅਰ ਦੇ ਵਿੱਚ ਇੱਕ ਤਾਲਮੇਲ ਦੀ ਘਾਟ ਦੇਖੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਜੇ ਤੁਸੀਂ ਰੀਜਨਲ ਕਾਉਂਸਲਰ ਚੁਣ ਕੇ ਆਉਂਦੇ ਹੋ ਤਾਂ ਉਹ ਤਾਲਮੇਲ ਬਣਾ ਕੇ ਰੱਖਿਆ ਜਾ ਸਕੇ ਪ੍ਰੋਪਰ ਕੋਆਰਡੀਨੇਸ਼ਨ ਹੋਏ ਉਸ ਦੇ ਲਈ ਕੀ ਕੰਮ ਕਰਨ ਦੀ ਲੋੜ ਹੈ 100% ਸੋ ਜਿਹੜੀ ਸਾਡੀ ਕਾਉਂਸਲ ਇਨ ਦ ਲਾਸਟ 4 ਇਅਰਸ ਸਾਡੀ ਵੱਡੀ ਪ੍ਰੋਬਲਮ ਸੀਗੀ ਕਿ ਉਹ ਟੀਮ ਵਾਂਗੂ ਨਹੀਂ ਕੰਮ ਕਰਦੇ ਸੋ ਸਾਡੀ ਸਿਟੀ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਸਾਨੂੰ ਟੀਮ ਵਰਕ ਚਾਹੀਦੀ ਆ ਇਕੱਠੇ ਹੋ ਕੇ ਟੀਮ ਵਾਂਗੂ ਜਿਹੜੀ ਵੀ ਸਾਡੀ ਇੱਥੇ ਇਸ਼ੂਜ਼ ਆ we need to tackle them one by one. ਤੇ ਜੇ ਆਪਸ 'ਚ ਲੜੀ ਜਾਂਦੇ ਆ ਜੇ ਆਪਸ 'ਚ ਕੋਈ ਸੋਲੂਸ਼ਨ ਨਹੀਂ ਬਣਾ ਸਕਦੇ ਫਿਰ all of us suffer. ਜਿਹੜੇ ਟੈਕਸ ਪੇ ਕਰਦੇ ਉਹੀ ਸਫਰ ਕਰਦੇ ਆ ਸੋ ਤਾਂ ਹੀ ਜਦੋਂ ਤੁਸੀਂ ਆਪਣੀ ਵੋਟ ਬਾਰੇ ਸੋਚਦੇ ਆ ਪਲੀਜ਼ ਵੋਟ ਫॉर ਪੀਪਲ that believe in working as a team ਜਿਹੜੇ collaborate ਕਰ ਸਕਦੇ ਕਮਿਊਨਿਟੀ ਦੇ ਨਾਲ ਜਿਹੜੇ ਆਰਗੇਨਾਈਜੇਸ਼ਨਸ ਆ ਲੋਕਲੀ ਤੇ ਆਪਣੇ ਕਾਉਂਸਲ ਦੇ ਨਾਲ ਵੀ it's very important to make sure that we all work together ਜੀ ਜਿਵੇਂ ਆਪਾਂ ਟ੍ਰਾਂਜ਼ਿਟ ਦੀ ਗੱਲ ਕਰੀ ਜ਼ਾਹਿਰ ਤੌਰ ਤੇ ਟ੍ਰਾਂਜ਼ਿਟ ਨੂੰ ਡਿਵੈਲਪਮੈਂਟ ਦੀ ਲੋੜ ਹੈ ਪਰ ਇੱਕ ਮੇਨ ਪ੍ਰੋਬਲਮ ਅਸੀਂ ਬ੍ਰੈਂਪਟੋਨੀਅਨਸ ਦੀ ਦੇਖੀ ਹੈ ਹਸਪੀਟਲ ਦੋ ਇਟਸ ਅ ਪ੍ਰੋਵਿੰਸ਼ੀਅਲ ਇਸ਼ੂ ਵੀ ਅੰਡਰਸਟੈਂਡ ਇਟਸ ਅ ਪ੍ਰੋਵਿੰਸ਼ੀਅਲ ਇਸ਼ੂ ਬਟ ਜੇ ਸਿਟੀ ਆਪਣਾ ਰੋਲ ਅਦਾ ਕਰੇ ਤਾਂ ਪ੍ਰੋਵਿੰਸ ਤੋਂ ਫੰਡਿੰਗ ਲਿਆ ਸਕਦੀ ਹੈ 100% ਜਿਵੇਂ ਅਸੀਂ ਬੀਤੇ ਸਮੇਂ ਵਿੱਚ ਦੇਖਿਆ ਕਿ ਬ੍ਰੈਂਪਟਨ ਵਿੱਚ ਸਿਰਫ 6 ਬੈੱਡ ਅਨਾਉਂਸ ਹੋਏ ਤੇ ਉਸ ਦੇ ਲਈ ਇੱਕ ਖੁਸ਼ੀ ਮਨਾਈ ਗਈ ਜਦਕਿ ਇੱਕ ਰੋਜ਼ ਜਤਾਉਣਾ ਚਾਹੀਦਾ ਸੀ ਕਿ ਜਦੋਂ ਇੰਨੀ ਡਿਮਾਂਡ ਹੈ ਤਾਂ ਸਪਲਾਈ ਸਿਰਫ 6 ਬੈੱਡ ਦੀ ਹੋ ਰਹੀ ਹੈ 100% ਤੇ ਇਸ ਇਸ਼ੂ ਨੂੰ ਅੱਗੇ ਚੱਲ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਡੀਲ ਕਰ ਸਕਦੇ ਇਹ ਮੇਰੇ ਲਈ ਪ੍ਰਾਇੋਰਟੀ ਇਸ਼ੂ ਆ ਸੋ ਮੈਂ when we have issues in our family, we go to Brampton Civic Hospital. ਉਹਨਾਂ ਦੀ wait time ridiculous ਆ ਤਕਰੀਬਨ 10 ਘੰਟੇ ਲੱਗ ਜਾਂਦੇ ਆ to see a doctor and that's terrible. ਉੱਥੇ overcrowding ਆ underfunding ਤੇ ਜਿਹੜੀ ਜੇ ਅਸੀਂ as a council lobby ਨਹੀਂ ਕਰਦੇ ਇਸ ਇਸ਼ੂ ਵਾਸਤੇ we're going to suffer continuously for the next 4 years ਤਾਂ ਹੀ ਇਹ ਡਿਸੀਜਨ ਬਹੁਤ ਇੰਪੋਰਟੈਂਟ ਹੈ ਜਦੋਂ ਤੁਸੀਂ ਆਪਣੇ ਕਾਉਂਸਲ ਬਾਰੇ ਸੋਚਦੇ ਹੋ ਜਦੋਂ ਤੁਸੀਂ ਬ੍ਰੈਂਪਟਨ ਦੀ ਇਲੈਕਸ਼ਨ ਬਾਰੇ ਸੋਚਦੇ ਹੋ ਆਪਣੀ ਸਿਟੀ ਬਾਰੇ ਸੋਚੋ because these people need to fight for the issues that we have here we need more funding we work with the MPPs within our city that represent big portions of our city to get these funding available for Brampton. And if that's not happening right now, which it's really not, we need that to happen with a new council. ਗੁਰਪ੍ਰੀਤ ਜੀ ਜਿਵੇਂ ਆਪਾਂ ਇਸ਼ੂਜ਼ ਦੀ ਗੱਲ ਕਰ ਰਹੇ ਹਾਂ ਬਾਈ ਪ੍ਰੋਫੈਸ਼ਨ ਯੂ ਆਰ ਅ ਲਾਇਰ ਬਟ ਜਦੋਂ ਹੁਣ ਬ੍ਰੈਂਪਟਨ ਸਿਟੀ 'ਚ ਕੰਮ ਕਰਨ ਦੀ ਗੱਲ ਆਉਂਦੀ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਵਲੰਟੀਅਰ ਸਰਵਿਸਿਜ਼ ਵਿੱਚ ਇਨਵੋਲਵ ਰਹੇ ਹੋਗੇ ਲੇਕਿਨ ਜਦੋਂ ਆਪਾਂ ਰੀਜਨਲ ਕਾਉਂਸਲਰ ਦੀ ਗੱਲ ਕਰਦੇ ਹਾਂ ਕਈ ਵਾਰੀ ਲੋਕ ਕਨਫਿਊਜ਼ ਹੋ ਜਾਂਦੇ ਆ ਵਾਟ ਇਜ਼ ਦ ਡਿਫਰੈਂਸ ਬਿਟਵੀਨ ਰੀਜਨਲ ਕਾਉਂਸਲਰ ਐਂਡ ਸਿਟੀ ਕਾਉਂਸਲਰ ਜੇ ਤੁਸੀਂ ਰੀਜਨਲ ਕਾਉਂਸਲਰ ਚੁਣ ਕੇ ਆਉਂਦੇ ਹੋ ਤਾਂ ਕੀ ਜ਼ਿੰਮੇਵਾਰੀਆਂ ਹੋਣੀਆਂ ਜੋ ਤੁਸੀਂ ਅਦਾ ਕਰਨੀਆਂ ਹੋਣੀਆਂ Absolutely, there's so many. So regional councillor the biggest difference ਹੈਗਾ ਹੈ ਕਿ ਅਸੀਂ regional councillor ਤੇ city ਦੇ ਕੰਮ ਵੀ ਕਰਦੇ ਹਾਂ ਪਰ Peel region
ते भी करते हैं. So it's a big difference. So one of them, like I said before, is meeting with Peel Regional Police, coming up with strategies, understanding what's happening in our city on a deeper level in comparison to our neighboring cities. You know, waste management, coming up with regional roads. That's one of my main objectives once I get elected as well, is to improve the regional roads here on time. So that people can easily move around, create better infrastructure. You know, we can't look back. We have to look forward. How do we improve Brampton moving forward? You know, we've had an urban sprawl, a lot of houses built, and what I want to do is try to maybe limit the amount of housing growing up and improve the infrastructure. जी, पर जो ਆਪਾਂ ਬੈਟਰਮੈਂਟ ਦੀ ਗੱਲ ਕਰਦੇ ਹਾਂ ਤੇ ਨਾਲ ਬ੍ਰੈਂਪਟਨ ਸਿਟੀ ਹਾਲ ਦੀ ਗੱਲ ਹੁੰਦੀ ਹੈ, ਇੱਕ ਕੁਐਸਚਨ ਹਮੇਸ਼ਾ ਆਉਂਦਾ ਹੈ ਅਕਾਊਂਟੇਬਿਲਿਟੀ ਦਾ, ਜਿਸ ਦਾ ਇਸ਼ੂ ਅਸੀਂ ਲਾਸਟ ਇਲੈਕਸ਼ਨਸ ਤੇ ਉਸ ਤੋਂ ਪ੍ਰੀਵੀਅਸ ਇਲੈਕਸ਼ਨਸ ਵਿੱਚ ਵੀ ਦੇਖਦੇ ਆਏ ਹਾਂ. ਜਦੋਂ ਆਡੀਟਰ ਜਨਰਲ ਦੀ ਗੱਲ ਹੁੰਦੀ ਹੈ ਤਾਂ ਕਿਉਂ ਇਸ ਨੂੰ ਹਮੇਸ਼ਾ ਸਾਈਡ ਕਰ ਦਿੱਤਾ ਜਾਂਦਾ ਹੈ? See, I can't answer why anybody would want to go against knowing where the expenses of you know, our city are going. So the problem is the current incumbent, he's voted against having these audits done. I imagine there may be some inner workings that I'm not aware of, but as a lawyer, I'm very evidence-based. So मैं यही numbers देखे सीगे पहला, मैं साडी budget, future दी budget देखी है, ते जड़ी previous साडे financial records आ, वो भी देखे आ. And मैनू यही problem है कि ये detailed नहीं है, सानू दसते नहीं है कि साडे 11.5 million जड़े Riverstone Golf Course नू गए आ, ਉਹ ਸਾਡੇ ਰੈਕੋਰਡਸ ਵਿੱਚ ਕਿਉਂ ਨਹੀਂ ਹੈਗੇ? ਜਿਹੜੇ 1.5 ਮਿਲੀਅਨ ਜਾਂਦੇ ਆ ਬ੍ਰੈਂਪਟਨ ਬੀਚ ਨੂੰ, ਉਹਨਾਂ ਦਾ ਰੈਕੋਰਡ ਕਿਉਂ ਨਹੀਂ ਹੈਗਾ? ਇਹ ਸਾਡੇ ਪ੍ਰਾਪਰਟੀ ਟੈਕਸ ਤੋਂ ਪੈਸੇ ਨਿਕਲਦੇ ਆ. ਸੋ ਜੇ ਤੁਸੀਂ ਆਪਣੇ ਪ੍ਰਾਪਰਟੀ ਟੈਕਸ ਬਾਰੇ ਕੇਅਰ ਕਰਦੇ ਆ, ਤੇ ਜੇ ਤੁਸੀਂ ਪਤਾ ਕਰਨਾ ਚਾਹੁੰਦੇ ਆ ਕਿ ਸਾਡੇ ਪੈਸੇ ਕਿੱਥੇ ਜਾਂਦੇ ਆ, ਇਹਦੇ ਵਾਸਤੇ ਸਾਨੂੰ ਇੰਡੀਪੈਂਡੈਂਟ ਆਡੀਟਰ ਜਨਰਲ ਚਾਹੀਦਾ ਆ, ਜਿਹੜਾ ਸਾਨੂੰ ਦੱਸ ਸਕਦਾ ਹੈ ਕਿ first पैसे जाते कितने हैं and how can we be more efficient with that money. That's very important to me. जी, ਅਸੀਂ ਤੁਹਾਡੇ ਪੂਰੇ ਜੋ ਤੁਹਾਡੀ ਪਲੈਨਿੰਗ ਹੈਗੀ ਹੈ, ਜੇ ਤੁਸੀਂ ਚੁਣ ਕੇ ਆਉਂਦੇ ਹੋ ਕਿਸ ਤਰ੍ਹਾਂ ਕੰਮ ਕਰੋਗੇ ਉਸ ਬਾਰੇ ਜਾਣਿਆ, ਬਟ ਲੋਕਾਂ ਨੂੰ ਦੱਸਣਾ ਚਾਹੋਗੇ ਕਿ ਉਹ ਤੁਹਾਨੂੰ ਵੋਟ ਕਿਉਂ ਕਰਨ? Okay. Vote for me because I believe in change. I'm honest, I'm loyal, I'm hardworking, and I will do everything in my power in the best interest of Brampton and ਜਿਹੜੇ ਇੱਥੇ ਰਹਿੰਦੇ ਆ Brampton 'ਚ. ਮੈਨੂੰ 4 ਸਾਲ ਚਾਹੀਦੇ ਆ ਤਾਂ ਕਿ ਮੈਂ ਤੁਹਾਨੂੰ ਦਿਖਾ ਸਕਦੀ ਕਿ ਕਮਿਊਨਿਟੀ ਸਰਵਿਸ ਕਿੱਦਾਂ ਕਰੀਦੀ ਆ ਸਿਟੀ ਲੈਵਲ ਤੇ, ਬਿਕਾਜ਼ ਇੱਥੇ ਜਿਹੜੇ 10 ਜਾਣੇ ਹੁੰਦੇ ਆ ਸਾਡੇ ਕਾਉਂਸਲ ਮੈਂਬਰ, ਇਹਨਾਂ ਦੀ ਕਾਫੀ ਪਾਵਰ ਹੁੰਦੀ ਆ, ਤੇ ਇਹ ਜੇ ਤੁਹਾਡੇ Brampton ਦੇ ਵਿੱਚ ਕੋਈ ਵੀ ਇਸ਼ੂਜ਼ ਹੁੰਦੇ ਆ, ਇਹ ਇੱਥੋਂ ਹੁੰਦੇ ਆ, ਲੋਕਲ ਗਵਰਨਮੈਂਟ ਤੋਂ ਹੁੰਦੇ ਆ ਫਿਕਸ. ਸੋ ਜਦੋਂ ਤੁਸੀਂ ਇਲੈਕਸ਼ਨ ਬਾਰੇ ਸੋਚਦੇ ਆ, ਪਲੀਜ਼ ਥਿੰਕ ਅਬਾਊਟ ਬ੍ਰੈਂਪਟਨ, ਸਾਡੀ ਫਿਊਚਰ ਬਾਰੇ ਸੋਚੋ, ਸਾਡੇ ਯੂਥ, ਬਜ਼ੁਰਗ, ਜਿਹੜੇ ਵੀ ਫੈਮਲੀਜ਼ ਇੱਥੇ ਰਹਿੰਦੇ ਆ, ਪਲੀਜ਼ ਥਿੰਕ ਅਬਾਊਟ them because that's what I care about. ਮੈਂ ਤਾਂ ਖੜੀ ਹਾਂ ਤਾਂ ਕਿ ਮੈਂ ਆਪਣੀ ਕਮਿਊਨਿਟੀ ਦੀ ਸਰਵਿਸ ਕਰ ਸਕਦੀ ਹਾਂ, ਸਾਰਿਆਂ ਨੂੰ ਕਨੈਕਟ ਵੀ ਕਰ ਸਕਦੀ ਹਾਂ, ਤੇ ਮੈਂ ਸੇਫਰ ਤੇ ਬ੍ਰਾਈਟਰ ਫਿਊਚਰ ਆਪਣੇ ਬ੍ਰੈਂਪਟਨ ਵਾਸਤੇ ਬਣਾਉਣਾ ਚਾਹੁੰਦੀ ਹਾਂ. ਮੈਂ ਇੱਥੇ ਦੀ ਜੰਮੀ ਪਲੀ ਹਾਂ, ਪਰ ਮੈਂ ਬ੍ਰੈਂਪਟਨ 'ਚ ਰੇਜ਼ ਹੋਈ ਹਾਂ. ਸੋ ਮੈਨੂੰ ਜਿਹੜੇ ਵੀ ਤੁਹਾਡੇ ਇਸ਼ੂਜ਼ ਆ, ਇਹ ਮੇਰੇ ਇਸ਼ੂਜ਼ ਵੀ ਆ, ਮੇਰੀ ਸਾਰੀ ਫੈਮਿਲੀ ਇੱਥੇ ਰਹਿੰਦੀ ਆ, ਸੋ ਇਹ ਮੇਰੇ ਲਈ ਇਸ਼ੂਜ਼ ਕਾਫੀ ਪਰਸਨਲ ਆ. ਸੋ ਮੈਂ ਤਾਂ ਖੜੀ ਹਾਂ ਬਿਕਾਜ਼ ਮੈਂ ਰੀਅਲੀ ਮੈਂ ਚੇਂਜ ਬਣਾਉਣਾ ਚਾਹੁੰਦੀ ਹਾਂ ਸਾਡੀ ਕਮਿਊਨਿਟੀ ਵਾਸਤੇ ਤੇ ਬ੍ਰੈਂਪਟਨ ਵਾਸਤੇ. Well, on that note, we wish you all the very best. ਉਮੀਦ ਕਰਦੇ ਹਾਂ ਜੇ ਤੁਸੀਂ ਚੁਣ ਕੇ ਆਉਂਦੇ ਹੋ ਤਾਂ ਦੁਬਾਰੇ ਤੁਹਾਡੇ ਨਾਲ ਇਹ ਇੰਟਰਵਿਊ ਕਰਾਂਗੇ. Absolutely. Thank you so much for the opportunity. Thank you. Thank you. ਸੋ ਇਹ ਸੀ NRI ਵਰਡ ਦੀ ਅੱਜ ਦੀ ਖਾਸ ਪੇਸ਼ਕਸ਼. ਅਸੀਂ ਹਰ ਹਫ਼ਤੇ ਉਮੀਦ ਕਰਦੇ ਹਾਂ ਕਿ ਕੈਨੇਡਾ ਵਿੱਚ NRIs ਦੀਆਂ ਸਰਗਰਮੀਆਂ ਤੁਹਾਡੇ ਰੂਬਰੂ ਕਰੀਏ. ਉਮੀਦ ਕਰਦੇ ਹਾਂ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ. ਫਿਲਹਾਲ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਅਗਲੇ ਹਫ਼ਤੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ.